ਸਿੱਖ ਸੱਭਿਆਚਾਰ ਨੂੰ ਕਿਵੇਂ ਭਾਰਤ ਦੀ ਸਰਕਾਰ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਕਿਵੇਂ ਉਹਦੇ ਵਿੱਚ ਰਲ ਗੱਡ ਕੀਤੀ ਜਾ ਰਹੀ ਹੈਗੀ ਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਾਂ ਉਹਦੇ ਬਾਬਤ ਗੱਲਬਾਤ ਕਰਦੇ ਆ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਪੁਰਬ ਜਦੋਂ ਮਨਾਇਆ ਗਿਆ ਹੈਗਾ, ਭਾਰਤ ਦੀ ਸਰਕਾਰ ਵੱਲੋਂ ਪੈਸਾ ਸਿੱਖਾਂ ਦਾ ਲੱਗਾ ਹੈਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਤਰ੍ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰਾ ਕੁਝ ਪਰੋਸ ਕੇ ਤੇ ਭਾਰਤ ਦੀ ਸਰਕਾਰ ਦੇ ਹਵਾਲੇ ਕਰ ਦਿੱਤਾ, ਥਾਲੀ ਵਿੱਚ ਪਰੋਸ ਕੇ ਕਿ ਆਹ ਲਓ ਜੀ, ਤੁਸੀਂ ਇਹਨੂੰ ਆਪਣੇ ਤਰੀਕੇ ਦੇ ਨਾਲ ਖਾ ਲਓ, ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਦਾਂ ਖਾ ਲਓ। ਮੈਂ ਇਸ ਗੱਲ ਨੂੰ ਜੇ ਇੱਦਾਂ ਵੀ ਆਖਾਂ ਨਾ ਕਿ ਇੱਕ ਹੈ ਸਿੱਖ ਸੱਭਿਆਚਾਰ, ਸਿੱਖ ਰਹੁ ਰੀਤਾਂ, ਸਿੱਖ ਰਹਿਤ ਮਰਿਆਦਾ, ਉਹ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦੇਤੀ ਵੀ ਆਹ ਲਓ, ਤੁਸੀਂ ਇਸ ਸਾਰੇ ਕਾਸੇ ਨੂੰ ਜਿਸ ਤਰੀਕੇ ਦੇ ਨਾਲ ਮਰਜ਼ੀ ਖਾ ਜਾਓ, ਨਿਗਲ ਜਾਓ। ਸੋ ਆਪਾਂ ਇੱਦਾਂ ਗੱਲ ਕਹਿ ਸਕਦੇ ਹਾਂ। ਸੋ ਦਿੱਲੀ ਦੇ ਵਿੱਚ ਲਾਲ ਕਿਲ੍ਹੇ ਦੇ ਉੱਥੇ ਜੋ ਮਨਾਇਆ ਗਿਆ 400 ਸਾਲਾ ਪ੍ਰਕਾਸ਼ ਪੁਰਬ, ਉਹਦੇ ਬਾਬਤ ਆਪਾਂ ਗੱਲਬਾਤ ਕੀਤੀ ਸੀ ਪਿਛਲੇ ਦਿਨੀ। ਭਈ ਅਮਿਤ ਸ਼ਾਹ ਹੋਰਾਂ ਨੇ ਉੱਥੇ ਜੋ ਸਪੀਚ ਦਿੱਤੀ ਹੈ, ਦੇਸ਼ ਭਗਤ ਉਹਨਾਂ ਵੱਲੋਂ ਆਖਿਆ ਗਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਸ ਤਰੀਕੇ ਦੇ ਨਾਲ, ਉਹ ਵੀ ਗੱਲ ਕੀਤੀ ਸੀ ਆਪਾਂ। ਉਸ ਤੋਂ ਅਗਲੇ ਦਿਨ 2 ਦਿਨ ਹੋਇਆ ਸੀ ਪ੍ਰੋਗਰਾਮ, ਉਸ ਤੋਂ ਅਗਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸਪੀਚ ਦਿੱਤੀ ਸੀਗੀ। ਉਹਨਾਂ ਨੇ ਵੀ ਉਹਨਾਂ ਦੇ ਹਿਸਾਬ ਦੇ ਨਾਲ ਇੱਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਜ਼ਿਸ਼ ਕੀਤੀ। ਔਰ ਮੈਨੂੰ ਲੱਗਦਾ ਕਿ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਉੱਥੇ ਮੂਹਰੇ ਬੈਠੇ ਸੀਗੇ, ਸ਼ਾਇਦ ਉਹਨਾਂ ਵਿੱਚੋਂ ਕਈਆਂ ਨੂੰ ਸਮਝ ਨਹੀਂ ਆਈ ਹੋਊਗੀ ਵੀ ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਣ ਗਾਇਨ ਕੀਤਾ ਹੈਗਾ ਜਾਂ ਉਹਨਾਂ ਨੇ ਸਿੱਖ ਸੱਭਿਆਚਾਰ ਨੂੰ ਨਿਗਲ ਜਾਣ ਦਾ ਕੰਮ ਕੀਤਾ ਹੈਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਸਾਹਿਬਾਂ ਔਰ ਸਿੱਖ ਕੌਮ ਨੂੰ ਉਹਨਾਂ ਨੇ ਰਲ ਗੱਡ, ਸਿੱਖ ਇਤਿਹਾਸ ਨੂੰ ਵੀ ਰਲ ਗੱਡ ਕਰਨ ਦੇ ਕੁਝ ਯਤਨ ਕੀਤੇ ਨੇ ਉਹਨਾਂ ਨੇ। ਉਹਦੇ ਵਿੱਚ ਉਹ ਕਾਮਯਾਬ ਹੁੰਦੇ ਨੇ ਜਾਂ ਨਹੀਂ, ਇਹ ਗੱਲ ਆਉਣ ਵਾਲੇ ਸਮੇਂ 'ਚ ਪਤਾ ਲੱਗੂਗੀ ਵੀ ਜੇ ਸਿੱਖ ਅਵੇਅਰ ਰਹਿਣਗੇ, ਜਾਗਰੂਕ ਰਹਿਣਗੇ, ਤਾਂ ਫਿਰ ਉਹਨਾਂ ਦਾ ਇਹ ਚਲਾਇਆ ਹੋਇਆ ਤੀਰ ਜਿਹੜਾ ਹੈਗਾ ਉਹ ਸਫਲ ਨਹੀਂ ਹੋਊਗਾ। ਉਸ ਤੋਂ ਇਲਾਵਾ ਲਖਨਊ ਦੇ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਦਿਹਾੜਾ ਮਨਾਇਆ ਗਿਆ। ਐਤਕੀ ਲਖਨਊ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ, ਉੱਥੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ। ਉੱਥੇ ਮੈਂ ਤੁਹਾਨੂੰ ਵਿਖਾਉਣਾ ਇੱਕ ਛੋਟਾ ਜਿਹਾ ਕਲਿੱਪ ਆ, ਪਹਿਲਾਂ ਮੈਂ ਤੁਹਾਨੂੰ ਉਹ ਵਿਖਾਉਣਾ, ਉਸ ਤੋਂ ਬਾਅਦ ਤੁਸੀਂ ਦੇਖਿਓ। ਉੱਥੇ ਨਾ ਸਿੱਖ ਸੱਭਿਆਚਾਰਕ ਇੱਕ ਮੇਲਾ ਕਰਵਾਇਆ ਗਿਆ, ਸਿੱਖ ਸੱਭਿਆਚਾਰਕ ਮੇਲਾ ਵਿਸਾਖੀ, ਸਿੱਖ ਸੱਭਿਆਚਾਰਕ ਮੇਲਾ ਵਾ ਸਨਮਾਨ ਸਮਾਰੋਹ ਵਿਸਾਖੀ। ਸੋ ਇਹ ਜਦੋਂ ਉੱਥੇ ਮੇਲਾ ਕਰਵਾਇਆ ਗਿਆ ਉਹਨਾਂ ਦੇ ਵੱਲੋਂ ਵਿਸਾਖੀ ਦਾ, ਔਰ ਜਿਨ੍ਹਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ ਹੈਗਾ, ਜਿਨ੍ਹਾਂ ਨੇ ਸਾਰੀ ਰੂਪ ਰੇਖਾ ਤਿਆਰ ਕੀਤੀ ਆ ਸਾਰੇ ਪ੍ਰੋਗਰਾਮ ਦੀ, ਮੈਂ ਉਹਨਾਂ ਦੇ ਜਦੋਂ ਨਾਂ ਪੜ੍ਹ ਰਿਹਾ ਸੀਗਾ ਮੇਰੇ ਫੋਨ ਦੇ ਵਿੱਚ ਹੈਗੇ ਆ ਉਹ ਔਰਗਨਾਈਜ਼ਿੰਗ ਜਿਹੜੀ ਕਮੇਟੀ ਹੈਗੀ ਆ ਜਿਨ੍ਹਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ। ਸੋ ਹਰੇਕ ਸਾਰਿਆਂ ਦੇ ਨਾਮਾਂ ਦੇ ਪਿੱਛੇ, ਸਾਰਿਆਂ ਦੇ ਤਾਂ ਨਹੀਂ, ਚਲੋ ਜ਼ਿਆਦਾਤਰ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਨਾਮ, ਉਹਨਾਂ ਦੇ ਪਿੱਛੇ ਸਿੰਘ ਲਫ਼ਜ਼ ਲੱਗਦਾ ਹੈਗਾ, ਅਰਵਿੰਦਰ ਸਿੰਘ ਕੋਹਲੀ, ਇੱਦਾਂ ਸਿੰਘ ਲਫ਼ਜ਼ ਲੱਗਦਾ ਹੈਗਾ। ਸੋ ਮੈਂ ਬੜਾ ਹੈਰਾਨ ਆ ਵੀ ਉਹਨਾਂ ਨੇ ਵੀ ਇਹਨਾਂ ਗੱਲਾਂ ਵੱਲ ਧਿਆਨ ਨਾ ਕੀਤਾ ਹੋਊਗਾ। ਜਿਹੜੀ ਗੱਲ ਵੱਲ ਧਿਆਨ ਮੇਰਾ ਗਿਆ ਅਤੇ ਕੁਛ ਹੋਰਨਾਂ ਦਾ ਵੀ ਗਿਆ ਹੈਗਾ, ਤੁਹਾਡਾ ਵੀ ਮੈਂ ਜ਼ਰੂਰ ਚਾਹੁੰਦਾ ਕਿ ਧਿਆਨ ਉੱਧਰਲੇ ਬੰਨੇ ਨੂੰ ਜਾਵੇ। ਸਟੇਜ ਦੇ ਪਿਛਲੇ ਬੰਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੁਹਾਨੂੰ ਫੋਟੋ ਨਜ਼ਰ ਆਊਗੀ ਸੱਜੇ ਪਾਸੇ, ਔਰ ਖੱਬੇ ਪਾਸੇ ਤੁਹਾਨੂੰ ਨਜ਼ਰ ਆਊਗਾ ਇੱਕ ਓਂਕਾਰ ਲਿਖਿਆ ਹੋਇਆ, ਔਰ ਉਹਦੇ ਮੂਹਰੇ ਬੀਬੀਆਂ ਦੇ ਵੱਲੋਂ ਗਿੱਧਾ ਪਾਇਆ ਜਾ ਰਿਹਾ। ਔਰ ਗਿੱਧੇ ਦੌਰਾਨ ਜਿਹੜੀਆਂ ਬੋਲੀਆਂ ਪਾਈਆਂ ਗਈਆਂ ਉਹ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ। ਛੋਟਾ ਜਿਹਾ ਕਲਿੱਪ ਮੈਂ ਤੁਹਾਨੂੰ ਮੂਹਰੇ ਕਰਕੇ ਵਿਖਾ ਦਿੰਦਾ, ਆਹ ਸਾਈਡ 'ਤੇ ਨਾਲ ਤੁਸੀਂ ਸਾਰਾ ਦੇਖ ਲਓ ਉਹ ਵੀ ਕੀ ਹੈਗਾ ਉਹ, ਕਿਉਂਕਿ ਯੂਟਿਊਬ ਦੀਆਂ ਕੁਛ ਇੰਸਟਰਕਸ਼ਨਸ ਹੁੰਦੀਆਂ ਨੇ ਜਿਹਦੇ ਕਰਕੇ ਮੈਂ ਤੁਹਾਨੂੰ ਵੀਡੀਓ ਸਾਰੀ ਇਹਦਾ ਲਾਗੇ ਕਰਕੇ ਸੁਣਾ ਨਹੀਂ ਸਕਦਾ ਹੈਗਾ, ਦਿਖਾ ਮੈਂ ਸਕਦਾ ਤੁਹਾਨੂੰ। ਉਹਦੇ ਵਿੱਚ ਜਿਹੜੀਆਂ ਬੋਲੀਆਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਉਹਦਾ ਲਿੰਕ ਪਾ ਦਿੰਦਾ, ਤੁਸੀਂ ਖੋਲ੍ਹ ਕੇ ਆਪ ਦੇਖ ਲਈਓ ਵੀ ਕਿਹੜੀਆਂ ਬੋਲੀਆਂ ਉੱਥੇ ਪਾਈਆਂ। ਮੈਂ ਸੁਣੀਆਂ ਸੀ ਸਾਰੀਆਂ, ਮੈਨੂੰ ਚੇਤੇ ਭੁੱਲ ਗਈਆਂ। ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਦਾਂ ਕਰਕੇ, ਇੱਕੋ ਪਤਾ ਨਹੀਂ ਤਵੀਤ ਤੇਰੇ ਘਰ ਦਾ ਨਹੀਂ, ਜਦੋਂ ਲੜਦਾ ਤੇ ਲਾਦੇ ਕਰਦਾ, ਇੱਦਾਂ ਬੀਬੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸਾਡੇ ਇੱਥੇ ਪੰਜਾਬ ਦੇ ਪਿੰਡਾਂ ਵਿੱਚ ਜਦੋਂ ਵਿਆਹ ਵੂਹ ਚੱਲਦੇ ਆ ਇੱਦਾਂ। ਸੋ ਉਹ ਬੋਲੀ ਉੱਥੇ, ਇਹਨੂੰ ਸਿੱਖ ਸੱਭਿਆਚਾਰਕ ਮੇਲਾ। ਮੈਂ ਹੈਰਾਨ ਹਾਂ ਵੀ ਕੀ ਸਿੱਖ ਸੱਭਿਆਚਾਰ ਇੱਦਾਂ ਦਾ ਹੈ। ਮੈਂ ਖਾਲਸਾ ਪੰਥ ਨੂੰ ਪੁੱਛਣਾ ਚਾਹੁੰਦਾ, ਕਿਉਂਕਿ ਇਹ 2 ਦਿਨ ਪਹਿਲਾਂ ਦੀ ਘਟਨਾ ਆ, ਇਹ 2 ਦਿਨ, ਅੱਜ ਦੂਆ ਦਿਨ ਹੋ ਗਿਆ, ਤੀਆ ਦਿਨ, ਚੌਥਾ, ਪੰਜਵਾਂ। ਮੈਂ ਹੈਰਾਨ ਇਸ ਗੱਲ ਤੋਂ ਹੈਗਾ ਵੀ ਇੱਕਾ ਦੁੱਕਾ ਸੱਜਣਾ ਨੂੰ ਛੱਡ ਤੋਂ ਇਲਾਵਾ ਸਰਦਾਰ ਪਰਮਪਾਲ ਸਿੰਘ ਹੈਗੇ ਨੇ, ਸਾਡੇ ਸਿੱਖ ਪ੍ਰਚਾਰਕ ਹੈਗੇ ਨੇ, ਬੜੇ ਚਿੰਤਕ ਹੈਗੇ ਨੇ, ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ, ਆਪਣੀ ਆਈਡੀ ਦੇ ਉੱਪਰ ਉਹਨਾਂ ਨੇ ਇਹ ਸਾਰਾ ਕੁਝ ਸ਼ੇਅਰ ਕੀਤਾ ਹੈਗਾ। ਉਹਨਾਂ ਤੋਂ ਇਲਾਵਾ ਪਹਿਰੇਦਾਰ ਅਖਬਾਰ ਹੈ, ਉਹਨਾਂ ਨੇ ਜ਼ਿਕਰ ਕੀਤਾ। ਇਹਨਾਂ ਤੋਂ ਇਲਾਵਾ ਹੋਰ ਹੋ ਸਕਦਾ ਕਿਸੇ ਨੇ ਜ਼ਿਕਰ ਕੀਤਾ ਹੋਵੇ, ਪਰ ਮੇਰੇ ਧਿਆਨ ਵਿੱਚ ਨਹੀਂ ਹੈ। ਹੋ ਸਕਦਾ ਜੇ ਕਿਸੇ ਹੋਰ ਨੇ ਜ਼ਿਕਰ ਕੀਤਾ ਤਾਂ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸੋ।
ਪਰ ਉਸ ਤੋਂ ਇਲਾਵਾ ਮੈਂ ਵੇਖ ਰਿਹਾ ਸੀਗਾ ਵੱਡੀਆਂ ਵੱਡੀਆਂ ਅਖਬਾਰਾਂ, ਵੱਡੇ ਵੱਡੇ ਚੈਨਲ ਜਿਹੜੇ ਹੋਰ ਹੈਗੇ ਆ, ਉਹਨਾਂ ਨੇ, ਹੋਰ ਪੱਤਰਕਾਰ ਵੀ ਹੈਗੇ, ਵਿਦਵਾਨ ਵੀ, ਹਾਲੇ ਤੱਕ ਕਿਸੇ ਨੇ ਵੀ ਇਹਦਾ ਉਸ ਤਰੀਕੇ ਨਾਲ ਨੋਟਿਸ ਨਹੀਂ ਲਿਆ ਜਿਸ ਤਰੀਕੇ ਦੇ ਨਾਲ ਨੋਟਿਸ ਲੈਣਾ ਚਾਹੀਦਾ। ਸੋ ਤੁਸੀਂ ਦੇਖੋ, ਸਿੱਖ ਸੱਭਿਆਚਾਰਕ ਮੇਲਾ, ਕੀ ਇਹ ਸਿੱਖ ਸੱਭਿਆਚਾਰ ਹੈ? ਮੈਂ ਸਵਾਲ ਕਰਨਾ ਚਾਹੁੰਦਾ, ਕੀ ਤੁਸੀਂ ਇਹਨੂੰ ਸਿੱਖ ਸੱਭਿਆਚਾਰ ਦਾ ਨਾਂ ਦੇ ਸਕਦੇ ਹੋ? ਆਹ ਦੇਖੋ, ਤੁਸੀਂ ਨਾਲ ਨਾਲ ਤੁਸੀਂ ਦੇਖੀ ਚਲੋ ਵੀ, ਤੁਸੀਂ ਦੇਖੋ ਬੀਬੀਆਂ ਗਿੱਧਾ ਪਾਈ ਜਾ ਰਹੀਆਂ ਨੇ, ਔਰ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉੱਥੇ ਦਿਹਾੜਾ ਵੀ ਮਨਾਇਆ ਗਿਆ, ਪ੍ਰਕਾਸ਼ ਪੁਰਬ ਵੀ ਮਨਾਇਆ ਗਿਆ, ਔਰ ਉੱਥੇ ਯੋਗੀ ਆਦਿੱਤਿਆਨਾਥ ਹੋਰੀ ਪਹੁੰਚਦੇ ਆ, ਜਿਹੜੇ ਕਿ ਉੱਥੋਂ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ। ਉਹ ਉੱਥੇ ਸਪੀਚ ਕਰਦੇ ਆ, ਉੱਥੇ ਭਾਸ਼ਣ ਕਰਦੇ ਆ। ਕੀ ਭਾਸ਼ਣ ਕਰਦੇ ਹੋਣਗੇ ਤੁਸੀਂ ਜਾ ਕੇ ਦੇਖ ਲਿਓ, ਉਹਨਾਂ ਦੀ ਫੇਸਬੁੱਕ ID ਖੋਲ੍ਹ ਕੇ ਵੇਖ ਲਿਓ, ਲੰਮੀ ਚੌੜੀ ਗੱਲ ਹੁੰਦੀ ਆ। ਮੈਂ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ, ਤੁਸੀਂ ਉੱਥੇ ਜਾ ਕੇ ਵੇਖ ਲਿਓ। ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਾਰੇ ਕਿਸ ਗੱਲ ਦੇ ਮਿਲਦੇ ਹੈਗੇ ਆ। ਉਹਨਾਂ, ਜੇ ਤੁਸੀਂ ਦੇਖੋ, ਜੇ ਤਾਂ ਤੁਸੀਂ ਸੁਚੇਤ ਹੋ ਕੇ ਉਹਨਾਂ ਦੇ ਭਾਸ਼ਣ ਸੁਣੋਗੇ, ਸਾਰੇ ਕਾਸੇ ਨੂੰ ਤੁਸੀਂ ਵੇਖੋਗੇ, ਫਿਰ ਸਮਝ ਆਉਣੀ ਆ। ਜੇ ਇਕੱਲਾ ਓਪਰੀ ਨਜ਼ਰ ਦੇ ਨਾਲ ਇੱਦਾਂ ਦੇਖੋਗੇ, ਫਿਰ ਗੱਲ ਸਮਝ ਨਹੀਂ ਆਉਣੀ ਹੈਗੀ, ਕਿਉਂਕਿ ਓਪਰੀ ਨਜ਼ਰ ਦੇ ਨਾਲ, ਜਾਂ ਵੈਸੇ ਜਦੋਂ ਤੁਸੀਂ ਸੁਣਦੇ ਆ, ਜਦੋਂ ਉਹ ਇਹ ਗੱਲ ਕਹਿੰਦੇ ਆ, ਕਈਆਂ ਨੂੰ ਤਾਂ ਬਹੁਤ ਚੰਗੀ ਲੱਗਦੀ ਆ ਗੱਲ ਇਹ, ਭਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮੁਲਕ ਕੀ ਖਾਤਰ ਉਹਨਾਂ ਨੇ ਮਹਾਨ ਕੁਰਬਾਨੀ ਕਰ ਦੀ। ਦੇਖੋ, ਜਦੋਂ ਇੱਦਾਂ ਗੱਲ ਕਹਿੰਦੇ ਆ, ਚੰਗਾ ਲੱਗਦਾ ਨਾ ਸੁਣਨ ਵਾਲੇ ਨੂੰ, ਹੈ ਸਾਡੇ ਗੁਰੂ ਸਾਹਿਬ ਜੀ ਦਾ ਨਾਮ ਲਿਆ ਔਰ ਇਸ ਮੁਲਕ ਦੀ ਖਾਤਰ ਕੁਰਬਾਨੀ ਕੀਤੀ। ਮੈਂ ਬੇਨਤੀ ਕਰਾਂ, ਮੁਲਕ ਦੇਸ਼ ਇੱਕ ਛੋਟੀ ਗੱਲ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੂਰੀ ਮਨੁੱਖਤਾ ਦੇ ਵਾਸਤੇ ਹੈ, ਕਿਸੇ ਇੱਕ ਖਿੱਤੇ ਦੇ ਵਾਸਤੇ ਨਹੀਂ ਹੈ। ਔਰ ਜਿਹੜੀ ਗੁਰਮਤਿ ਦੀ ਔਰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਆ, ਉਹਨੂੰ ਤੁਸੀਂ ਇੱਕ ਛੋਟੇ ਡੱਬੇ ਦੇ ਵਿੱਚ ਬੰਦ ਕਰਕੇ ਨਹੀਂ ਰੱਖ ਸਕਦੇ। ਜਿਹੜੇ ਉਹਨਾਂ ਵੱਲੋਂ ਰੱਖਣ ਦੇ ਯਤਨ ਕੀਤੇ ਜਾਂਦੇ ਆ, ਇਸ ਮੁਲਕ ਦੇ ਨਾਲ ਸਿਰਫ ਜੋੜ ਕੇ ਵੇਖਿਆ ਜਾਂਦਾ। ਦੇਸ਼ 75ਵੀਂ ਵਰ੍ਹੇਗੰਢ ਮਨਾ ਰਿਹਾ ਆਪਣੀ ਆਜ਼ਾਦੀ ਦੀ। ਸੋ ਉਹਨਾਂ ਸਮੇਂ ਦੇ ਵਿੱਚ ਹੀ ਆਹ ਦਿਹਾੜੇ ਆ ਰਹੇ ਨੇ 400 ਸਾਲਾ। ਸੋ ਹਮੇ ਗਰਵ ਹੈ ਕਿ ਹਮ ਮਨਾ ਰਹੇ ਹੈ, ਇੱਦਾਂ ਦੀ ਗੱਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਸੋ ਰਲ ਗੱਡ ਕੀਤਾ ਜਾ ਰਿਹਾ ਉਹਨਾਂ ਵੱਲੋਂ। ਤੁਸੀਂ ਸੁਚੇਤ ਹੋ ਕੇ ਵੇਖੋ, ਸੁਚੇਤ ਹੋ ਕੇ ਸੁਣੋ। ਹੁਣ ਕਈ ਸਾਡੇ ਸਿੱਖ ਭਰਾ ਇਹ ਗੱਲ ਕਹਿੰਦੇ ਆ, ਨਹੀਂ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਮਨਾ ਰਹੀ ਹੈ। ਮੈਂ ਕਹਿੰਦਾ ਵੀ ਹੋ ਸਕਦਾ ਮੈਂ ਰੋਂਗ ਹੋਵਾਂ। ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਮੈਂ ਇੱਥੇ ਗੱਲ ਕਰ ਰਿਹਾ, ਜਿਹੜੇ ਮੈਨੂੰ ਪਸੰਦ ਕਰਦੇ ਆ, ਜਿਹਨਾਂ ਨੂੰ ਲੱਗਦਾ ਕਿ ਭੁਪਿੰਦਰ ਸਿੰਘ ਸੱਜਣ ਵਧੀਆ ਪੱਤਰਕਾਰ ਹੈ ਅਤੇ ਵਧੀਆ ਟਣਕਾ ਕੇ ਗੱਲ ਕਰਦਾ, ਮੈਂ ਬੇਨਤੀ ਕਰਾਂ ਉਹਨਾਂ ਨੂੰ ਮੇਰੀ ਗੱਲ ਹੋ ਸਕਦਾ ਵਧੀਆ ਲੱਗਦੀ ਹੋਵੇ। ਪਰ ਜਿਹਨਾਂ ਨੂੰ ਲੱਗਦਾ ਹੋਊਗਾ ਕਿ ਨਹੀਂ ਭੁਪਿੰਦਰ ਸਿੰਘ ਵੀ ਟਪਲਾ ਖਾ ਜਾਂਦਾ ਕਿਤੇ ਨਾ ਕਿਤੇ, ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਖੁਦ ਇਹ ਗੱਲ ਕਹਿ ਰਿਹਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਜੋ ਫਿਲਹਾਲ ਮੈਨੂੰ ਲੱਗ ਰਿਹਾ ਹੈਗਾ ਉਹ ਇਹ ਆ, ਇਹਦੇ ਨਾਲੋਂ ਤਾਂ ਚੰਗੀ ਗੱਲ ਇਹ ਹੈ ਕਿ ਉਹ ਇੱਦਾਂ ਦਾ ਦਿਨ ਮਨਾਉਣ ਹੀ ਨਾ। ਇੱਦਾਂ ਦਾ ਦਿਨ ਮਨਾਉਣ ਨਾਲੋਂ ਥੋੜ੍ਹਿਆ ਕੀ ਹੈਗਾ, ਜੇ ਉਹ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ, ਕਹਿਣ ਨੂੰ ਤਾਂ ਵਡਿਆਈ ਕਰ ਰਹੇ ਆ, ਪਰ ਉਹਨੂੰ ਛੁਟਿਆ ਕੇ ਪੇਸ਼ ਕਰਨ, ਇਹਦੇ ਨਾਲੋਂ ਤਾਂ ਉਹ ਨਾ ਕਰਨ, ਤਾਂ ਚੰਗੀ ਗੱਲ ਹੈਗੀ ਆ। ਠੀਕ ਆ ਨਾ ਜੀ। ਹੁਣ ਜੇ ਜਿੱਦਾਂ ਹੁਣ ਇੱਕ ਮਾਂ ਆਪਣੇ ਬੱਚੇ ਨੂੰ ਕਹੇ ਬਈ ਗੈਸ ਦੇ ਉੱਪਰ ਜਾ ਕੇ ਨਾ ਦੁੱਧ ਨੂੰ ਉਬਾਲੀ ਦਵਾ ਦੇ, ਹੁਣ ਉਹ ਕਹੇ ਠੀਕ ਆ ਜੀ ਮੈਂ ਦੁੱਧ ਨੂੰ ਉਬਾਲੀ ਦਵਾ ਦਿੰਦਾ। ਹੁਣ ਦੁੱਧ ਨੂੰ ਉਬਾਲੀ ਦਵਾਉਣ ਲੱਗਾ, ਉਹਦੇ ਵਿੱਚ ਉਹ ਉੱਥੇ ਖੜਾ ਬਿਨਾਂ ਗੱਲੋਂ ਪੰਗੇ ਲੈ ਕੇ ਉੱਥੇ ਉਹਦੇ ਵਿੱਚ ਦਹੀਂ ਦੇ ਛਿੱਟੇ ਪਾ ਦੇਵੇ 2 ਕੁ, ਫਿਰ 1 2 3 ਵਾਰੀ ਇੱਦਾਂ, ਫਿਰ ਘਰ ਦੇ ਵੀ ਕਈ ਵਾਰ ਕਹਿੰਦੇ ਕਾਕਾ ਇਹਦੇ ਨਾਲ ਤੂੰ ਕੰਮ ਕਰਨਾ ਰਹਿਣ ਹੀ ਦੇ, ਮੈਂ ਆਪ ਹੀ ਕਰ ਲੂੰ। ਸੋ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਵੀ ਜਦੋਂ ਤੁਹਾਡਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਉਹਨਾਂ ਵੱਲੋਂ, ਇੱਦਾਂ ਰਲ ਗੱਡ ਕਰਕੇ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸੋ ਜਦੋਂ ਆਉਣ ਵਾਲੀਆਂ ਨਸਲਾਂ, ਸਾਡੇ ਆਉਣ ਵਾਲੇ ਬੱਚੇ ਜਿਹੜੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਵਿੱਚ ਵੀ ਰਹਿੰਦੇ ਆ, ਜਿਹੜੇ ਗੈਰ ਸਿੱਖ ਵੀ ਹੈਗੇ ਆ, ਤੁਸੀਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਜਦੋਂ ਉਹਨਾਂ ਵੱਲੋਂ ਆਹ ਗੱਲ ਵਾੜ ਦਿੱਤੀ ਜਾਊਗੀ, ਤੁਸੀਂ ਕਿੱਦਾਂ ਕੱਢੋਗੇ ਦੱਸੋ? ਤੁਸੀਂ ਆਪਦੇ ਬੱਚਿਆਂ ਦੇ ਦਿਮਾਗ ਦੇ ਵਿੱਚੋਂ ਨਹੀਂ ਕੱਢ ਸਕਦੇ ਸਾਰਾ ਕੁਝ। ਉਹ ਹੁਣ ਜਦੋਂ ਸਿੱਖ ਸੱਭਿਆਚਾਰਕ ਮੇਲਾ ਉਹਨਾਂ ਵੱਲੋਂ ਮਨਾਇਆ ਜਾ ਰਿਹਾ, ਹੁਣ ਸਿੱਖ ਸੱਭਿਆਚਾਰਕ ਮੇਲਾ ਆ ਤੁਸੀਂ ਦੇਖ ਹੀ ਰਹੇ ਹੈਗੇ ਆ, ਇੱਦਾਂ ਗਿੱਧੇ ਪਾਏ ਜਾ ਰਹੇ ਆ। ਪੰਜਾਬੀ ਸੱਭਿਆਚਾਰ ਹੋ ਸਕਦਾ, ਪੰਜਾਬੀ ਸੱਭਿਆਚਾਰ, ਹੁਣ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਆ, ਇੱਕ ਓਂਕਾਰ ਪਿੱਛੇ ਲਿਖ ਕੇ ਇੱਦਾਂ ਕੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਬੇਨਤੀ ਕਰਾਂ, ਤੁਹਾਡਾ ਘਰ ਗੁਰੂ ਖਾਲਸਾ ਪੰਥ ਜੀ ਲੁੱਟਿਆ ਜਾ ਰਿਹਾ। ਮੈਂ ਰੋਜ਼ ਦੁਹਾਈ ਦਿੰਦਾ, ਇੱਕ ਪੱਤਰਕਾਰ ਹੋਣ ਦੇ ਨਾਤੇ ਤੁਹਾਡਾ ਘਰ ਲੁੱਟਿਆ ਜਾ ਰਿਹਾ, ਸਾਡਾ ਘਰ ਲੁੱਟਿਆ ਜਾ ਰਿਹਾ। ਮੈਂ ਰੋਜ਼ ਕਹਿੰਦਾ ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ। ਤੁਹਾਡਿਆਂ ਸੁੱਤਿਆਂ ਤੇ ਉਹਨਾਂ ਨੇ ਸਾਰਾ ਕੁਝ ਕਰ ਜਾਣਾ, ਕਰ ਰਹੇ ਨੇ ਉਹ। ਮੈਨੂੰ ਕਈ ਸੱਜਣ ਕਹਿੰਦੇ ਆ ਹੱਸ ਕੇ, ਕਈ ਵਾਰੀ ਮਜ਼ਾਕ, ਕਹਿੰਦੇ ਤੁਸੀਂ ਕਹਿੰਦੇ ਕਰ ਜਾਣਾ, ਉਹਨਾਂ ਨੇ ਕਰ ਗਏ ਕਹਿੰਦੇ ਸਾਰਾ ਕੁਝ ਉਹ। ਪਰ ਮੈਂ ਫਿਰ ਵੀ ਕਹਿੰਦਾ ਕਿ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਨੂੰ ਕੋਈ ਨਹੀਂ ਨਿਗਲ ਸਕਦਾ। ਪਰ ਮੈਂ ਬੇਨਤੀ ਕਰਾਂ, ਜੇ ਬਿਲਕੁਲ ਅਵੇਸਲੇ ਹੋ ਕੇ ਬਹਿ ਜਾਈਏ ਤਦ ਵੀ ਸਰਨਾ ਨਹੀਂ ਹੈਗਾ, ਗੁਜ਼ਾਰਾ ਨਹੀਂ ਹੋਣਾ ਹੈਗਾ। ਆਪਣੇ ਕੰਨੀ ਝਾਤ ਮਾਰ ਕੇ ਵੇਖੋ, ਆਪਣੇ ਵੱਲ ਝਾਤ ਮਾਰ ਕੇ ਵੇਖੋ, ਅਸੀਂ ਕਰ ਕੀ ਰਹੇ ਹਾਂ? ਸੁੱਤੇ ਹੋਏ ਦਾ ਭਾਵ ਕੀ ਹੁੰਦਾ ਭਲਾ? ਅਸੀਂ ਕਰ ਕੀ ਰਹੇ ਹਾਂ ਭਲਾ? ਆਪਣੇ ਪੰਜਾਬ ਵੱਲ ਝਾਤ ਮਾਰ ਕੇ ਦੇਖੋ, ਪੰਜਾਬ ਦੀ ਉਸ ਧਰਤੀ ਦੇ ਉੱਤੇ ਜਿੱਥੇ ਕਦੀ ਖਾਲਸੇ ਦਾ ਰਾਜ ਹੁੰਦਾ ਸੀ, ਜਿੱਥੇ ਤੁਹਾਡੇ ਆਪਦੇ ਪੁਰਖਿਆਂ ਦਾ ਰਾਜ ਹੁੰਦਾ ਸੀਗਾ,
ਅੱਜ ਉਹ ਧਰਤੀ ਜਿੱਥੇ ਖਾਲਸੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀਗੇ, ਤੁਹਾਡਾ ਰਾਜ ਦੁਨੀਆ ਨੂੰ ਪਤਾ ਲੱਗਦਾ ਸੀਗਾ ਕਿ ਇਸ ਧਰਤੀ ਦੇ ਉੱਪਰ ਖਾਲਸੇ ਨਿਸ਼ਾਨ ਝੂਲਦਾ, ਇੱਥੇ ਖਾਲਸੇ ਦਾ ਰਾਜ ਹੈ। ਅੱਜ ਉੱਤਰ ਪ੍ਰਦੇਸ਼, ਬਿਹਾਰ ਤੇ ਅਦਰ ਸਟੇਟ ਦੇ ਜਿਹੜੇ ਲੋਕ ਨੇ, ਇੱਥੇ ਆ ਕੇ ਉਹਨਾਂ ਨੇ ਉਹ ਖਾਲਸਾਈ ਤੁਹਾਡੇ ਪੁਰਖਿਆਂ ਦੇ ਲਹੂ ਦੇ ਨਾਲ ਰੰਗੀ ਹੋਈ ਧਰਤੀ ਨੂੰ ਉਹਨਾਂ ਨੇ ਪਾਨ ਦੇ ਨਾਲ ਥੁੱਕ ਥੁੱਕ ਕੇ ਲਾਲ ਕੀਤਾ ਹੋਇਆ ਆ ਤੁਹਾਡੇ ਹਾਲਾਤ ਨੇ। ਔਰ ਆਪਣੇ ਵੱਲ ਝਾਤ ਮਾਰ ਕੇ ਵੇਖਣ ਦੀ ਜਦੋਂ ਮੈਂ ਗੱਲ ਕਰਦਾ ਨਾ, ਕਈ ਸੱਜਣ ਇਤਰਾਜ਼ ਕਰਦੇ ਆ, ਆਪਣੇ ਮੂੰਹ ਦੇ ਉੱਪਰ ਚਪੇੜਾਂ ਆਪ ਹੀ ਮਾਰੀ ਚੱਲੋ। ਮੈਂ ਬੇਨਤੀ ਕਰਨੀ ਚਾਹੁੰਦਾ, ਮੇਰਾ ਦਿਲ ਕਰਦਾ ਕਿ ਆਪਾਂ ਆਓ ਸਾਰੇ ਜਾਣੇ ਆਪਣੇ ਮੂੰਹ ਦੇ ਉੱਪਰ ਇੱਦਾਂ ਚਪੇੜਾਂ ਮਾਰੀਏ, ਆਪਣੇ ਵੱਲ ਵੇਖੀਏ। ਚਪੇੜਾਂ ਦਾ ਮਤਲਬ ਹੁੰਦਾ ਆਪਣੀਆਂ ਘਾਟਾਂ ਨੂੰ ਵੇਖੀਏ ਅਸੀਂ ਕਰ ਕੀ ਰਹੇ ਹਾਂ। ਤੁਸੀਂ ਵੇਖੋ, ਨਿਗਾਹ ਮਾਰ ਕੇ ਵੇਖੋ ਆਪਣੇ ਵੱਲ, ਕੱਲਾ ਸੱਜਣ ਆਪਣੇ ਪਿੰਡ ਵੱਲ ਨਿਗਾਹ ਮਾਰ ਕੇ ਵੇਖਿਆ, ਆਪਦੇ ਪਰਿਵਾਰ ਆਪਣੇ ਘਰ ਵੱਲ ਨਿਗਾਹ ਮਾਰ ਕੇ ਵੇਖ ਲਓ। ਆ ਵਾਢੀਆਂ ਚੱਲਦੀਆਂ ਪਈਆਂ ਨੇ ਕਣਕਾਂ ਦੀਆਂ, ਅਸੀਂ ਕਰ ਕੀ ਰਹੇ ਹਾਂ? ਸਾਡਾ ਧਿਆਨ ਕਿੱਧਰ ਵਾ? ਇਹਨਾਂ ਦਿਨਾਂ ਦੇ ਵਿੱਚ ਉਹ ਤੁਹਾਡਾ ਇਤਿਹਾਸ ਖਤਮ ਕਰ ਰਹੇ ਨੇ, ਤੁਹਾਡਾ ਸੱਭਿਆਚਾਰ ਮਿੱਟੀ ਵਿੱਚ ਰੋਲ ਰਹੇ ਨੇ। ਔਰ ਅਸੀਂ ਕੀ ਕਰ ਰਹੇ ਹਾਂ? ਭਰਾ ਕੰਬਾਈਨਾਂ ਦੇ ਉੱਪਰ, ਟਰੈਕਟਰਾਂ ਦੇ ਉੱਪਰ ਬੈਠ ਕੇ ਅਸੀਂ ਪੰਜਾਬੀ ਗਾਣੇ ਸੁਣਨ ਦੇ ਵਿੱਚ ਮਸ਼ਰੂਫ ਹਾਂ। ਅਸੀਂ ਆਪ ਵੀ ਤੰਗ ਹੁੰਦੇ ਹਾਂ, ਲੋਕਾਂ ਨੂੰ ਵੀ ਟਰੈਕਟਰਾਂ ਦੇ ਉੱਪਰ ਉੱਚੀ ਉੱਚੀ ਆਵਾਜ਼ਾਂ ਵਿੱਚ ਗਾਣੇ ਲਾ ਕੇ ਦੂਜਿਆਂ ਨੂੰ ਵੀ ਡਿਸਟਰਬ ਕਰ ਰਹੇ ਹਾਂ। ਸਾਡਾ ਧਿਆਨ ਇੱਧਰ ਲੱਗਾ ਹੋਇਆ। ਇੱਕ ਤਾਂ ਸਰਕਾਰਾਂ ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ, ਤੁਹਾਨੂੰ ਖਤਮ ਕਰਦੇ ਲੱਗੀਆਂ ਹੋਈਆਂ। ਦੂਜਾ, ਤੁਸੀਂ ਆਪ ਹੀ ਇੱਕ ਦੂਜੇ ਨੂੰ ਪਰੇਸ਼ਾਨ ਕਰਨ ਦੀ ਵਜ੍ਹਾ ਬਣਦੇ ਪਏ ਹੋ। ਆਹ ਕੁਛ ਕਰ ਰਹੇ ਹੋ ਤੁਸੀਂ। ਆਪਾਂ ਇੱਧਰ ਲੱਗੇ ਹੋਏ ਆ ਇਹਨਾਂ ਕੰਮਾਂ ਦੇ ਵਿੱਚ, ਸਾਨੂੰ ਪਤਾ ਹੀ ਨਹੀਂ ਹੈਗਾ ਹੋ ਕੀ ਰਿਹਾ ਹੈਗਾ। ਆ ਗਾਣੇ ਪੰਜਾਬੀ, ਮੈਂ ਤੇ ਹੈਰਾਨ ਹੁੰਦਾ ਕਿ ਮੇਰੀ ਪਤਾ ਨਹੀਂ ਕਿੱਦਾਂ ਦੇ ਗਾਣੇ ਆਈ ਜਾਂਦੇ ਆ। ਉਹ ਗਾਣੇ ਸੁਣਨ ਦੇ ਵਿੱਚ ਜੱਟ ਨੇ ਫਲਾਨਾ ਕਰਤਾ, ਹੱਦ ਹੋ ਗਈ ਯਾਰ। ਕਮਾਲ ਦੀ ਕੀ ਕਰ ਦਿੱਤਾ ਤੁਸੀਂ ਮੈਨੂੰ ਦੱਸੋ ਜੀ? ਕਿਹੜਾ ਮਾਰਕਾ ਮਾਰ ਲਿਆ ਤੁਸੀਂ ਦੱਸੋ ਮੈਨੂੰ? ਤੁਹਾਡੇ ਪੰਜਾਬ ਦੀ ਧਰਤੀ ਨੂੰ ਨਿਗਲ ਗਏ ਹੋ, ਤੁਹਾਡਾ ਸੱਭਿਆਚਾਰ ਨਿਗਲ ਗਿਆ। ਦੱਸੋ ਜੱਟ ਫਲਾਨਾ ਕੀ ਕਰ ਲਿਆ ਤੁਸੀਂ ਦੱਸੋ ਜੀ? ਕੀ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ? ਤੁਹਾਡਾ ਸਾਰਾ ਕੁਝ ਖਤਮ ਕਰਦੇ ਜਾ ਰਹੇ ਨੇ। ਮੈਂ ਦੁਖੀ ਮਨ ਦੇ ਨਾਲ ਆ ਗੱਲ ਕਹਿ ਰਿਹਾ, ਸੰਭਲ ਜਾਓ, ਬੇਲਾ ਆ, ਸੁੱਤੇ ਰਹੋਗੇ, ਨਹੀਂ ਤਾਂ ਇੱਦਾਂ ਹੀ ਤੁਹਾਡਾ ਸਾਰਾ ਕੁਝ ਲੁੱਟ ਕੇ ਲੈ ਜਾਣਗੇ। ਉਹ ਬਹੁਤ ਕੁਝ ਤੁਹਾਡਾ ਲੁੱਟ ਕੇ ਲੈ ਗਏ। ਤੁਸੀਂ ਬਰਦਾਸ਼ਤ ਕਰਨ ਨੂੰ ਤਿਆਰ ਹੋ? ਚਲੋ ਦੱਸੋ। ਚਲੋ ਹੋ ਸਕਦਾ ਕਈਆਂ ਨੂੰ ਮੇਰੀਆਂ ਗੱਲਾਂ ਬੁਰੀਆਂ ਲੱਗਣ। ਤੁਸੀਂ ਬਰਦਾਸ਼ਤ ਕਰਨ ਨੂੰ ਤਿਆਰ ਹੋ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਹ ਇਹ ਕਹਿਣ ਕਿ ਉਹਨਾਂ ਨੇ ਇਸ ਭਾਰਤ ਦੀ ਖਾਤਰ ਕੁਰਬਾਨੀ ਕੀਤੀ ਸੀ। ਉਹ ਭਾਰਤ ਨੂੰ ਇੱਦਾਂ ਦਾ ਬਣਾਉਣਾ ਚਾਹੁੰਦੇ ਸੀਗੇ। ਭਾਰਤ ਤਾਂ ਉਦੋਂ ਇੱਦਾਂ ਦਾ ਹੈ ਹੀ ਨਹੀਂ ਸੀ ਜਿੱਦਾਂ ਦਾ ਹੁਣ ਆ ਭਾਰਤ। ਗੁਰੂ ਸਾਹਿਬਾਨ ਨੂੰ ਉਹ ਦੇਸ਼ ਭਗਤ ਕਹਿ ਕੇ ਪ੍ਰਚਾਰ ਰਹੇ ਨੇ, ਇੱਦਾਂ ਪੇਸ਼ ਕਰ ਰਹੇ ਨੇ ਜਿੱਦਾਂ ਦੀ ਸਿੱਖ ਕੌਮ ਉਹਨਾਂ ਨੂੰ ਮਾਫਕ ਬਹਿੰਦੀ ਆ, ਫਿੱਟ ਬਹਿੰਦੀ ਆ, ਉੱਦਾਂ ਦੀ ਕੌਮ ਬਣਾ ਕੇ ਦੁਨੀਆ ਨੂੰ ਦੱਸ ਰਹੇ ਆ ਉਹ ਵੀ ਇੱਦਾਂ ਦੀ ਹੁੰਦੀ ਆ ਸਿੱਖ ਕੌਮ, ਜਿੱਦਾਂ ਦੀ ਉਹਨਾਂ ਨੂੰ ਚੰਗੀ ਲੱਗਦੀ ਆ। ਹੁਣ ਉੱਥੇ ਜਦੋਂ ਸਾਰਾ ਕੁਝ ਹੋ ਕੇ ਹਟਿਆ ਜੋ ਤੁਸੀਂ ਦੇਖ ਰਹੇ ਹੋ, ਉਦੋਂ ਬਾਅਦ ਫਿਰ ਉੱਥੇ ਮਨਜਿੰਦਰ ਸਿੰਘ ਸਿਰਸੇ ਹੁਣੀ ਵੀ ਆਉਂਦੇ ਆ, ਜਿਹੜੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ। ਕੋਈ ਇਤਰਾਜ਼ ਨਹੀਂ ਕਰਦਾ, ਲੋੜ ਕੀ ਹੈਗੀ ਆ? ਅਸੀਂ ਇੱਧਰ ਸੁੱਤੇ ਪੰਜਾਬ ਦੇ ਵਿੱਚ, ਦਿੱਲੀ ਵਾਲੇ ਅਗਲੇ ਉੱਧਰ ਸੁੱਤੇ ਪਏ ਆ। ਅਗਲੇ ਕਹਿੰਦੇ ਤੁਸੀਂ ਵੀ ਸੁੱਤੇ ਰਹੋ, ਅਸੀਂ ਵੀ ਸੁੱਤੇ ਆ। ਪਰ ਮੈਂ ਬੇਨਤੀ ਕਰਾਂ, ਤੁਸੀਂ ਜਿੱਦਾਂ ਨਾ ਬਿੱਲੀ ਨਹੀਂ ਹੁੰਦੀ, ਉਹ ਕਹਾਵਤ ਜੀ ਇੱਕ ਹੈਗੀ ਆ, ਉਹਨੂੰ ਵੇਖ ਕੇ ਜੇ ਬਿੱਲੀ ਨੂੰ ਵੇਖ ਕੇ ਜੇ ਚੂਹਾ ਅੱਖਾਂ ਮੀਟ ਲਵੇ, ਇੱਦਾਂ ਦੀ ਕਹਾਵਤ ਜੀ ਆ। ਚੂਹਾ ਅੱਖਾਂ ਮੀਟ ਕੇ ਬੈਠਾ ਰਹੇ, ਭਾਵੇਂ 100 ਵਾਰੀ ਬੈਠਾ ਰਹੇ, ਪਰ ਬਿੱਲੀ ਨੂੰ ਦੀਦਾ ਹੀ ਪਿਆ ਆ ਸਾਹਮਣੇ। ਸੋ ਅਬੇਸਲੇ ਹੋ ਕੇ ਬੈਠੇ ਰਹੋ, ਅਗਲੇ ਜਾਗਦੇ ਹੀ ਆ। ਤੁਹਾਨੂੰ ਲੱਗਦਾ ਹੋਊਗਾ ਲੈ ਅਸੀਂ ਤਾਂ ਹੋਰ ਕੰਮਾਂ 'ਚ, ਉਹ ਜਾਗਦੇ ਆ, ਪਰ ਤੁਸੀਂ ਵੇਖੋ ਉਹ ਆਪਣਾ ਵਰਕ ਕਰ ਰਹੇ ਆ, ਉਹ ਆਪਣਾ ਕੰਮ ਕਰ ਰਹੇ ਆ। ਔਰ ਅਸੀਂ ਇੰਨੇ ਜ਼ਿਆਦਾ, ਭਾਵੇਂ ਦਿੱਲੀ ਵਾਲੇ ਹੋਣ, ਭਾਵੇਂ ਪੰਜਾਬ ਵਾਲੇ ਹੋਣ, ਅਸੀਂ ਇੰਨੇ ਵੇਸਲੇ ਆ, ਅਸੀਂ ਲਾਗੇ ਬੈਠੇ ਰਹੇ। ਕਿਸੇ ਨੇ ਵੀ ਉਂਗਲ ਖੜੀ ਕਰਕੇ ਨਹੀਂ ਕਿਹਾ ਕਿ ਤੁਸੀਂ ਆਹ ਗਲਤ ਪ੍ਰਚਾਰ ਕਰ ਰਹੇ ਹੋ, ਕੋਈ ਨਹੀਂ ਕਹਿੰਦਾ। ਚੁੱਪ ਕਰਕੇ ਬੈਠੇ ਹਾਂ ਅਸੀਂ। ਤੁਹਾਡਾ ਘਰ ਲੁੱਟਿਆ ਜਾ ਰਿਹਾ, ਬਰਦਾਸ਼ਤ ਕਰਨ ਨੂੰ ਤਿਆਰ ਹੋ ਤੁਸੀਂ? ਠੀਕ, ਚਲੋ ਮੈਨੂੰ ਇਹ ਵੀ ਪਤਾ ਹੈਗਾ ਜਿਹੜੇ ਲੋਕ ਗਿੱਧਾ, ਜਿਹੜੇ ਲੋਕ ਭੰਗੜਾ, ਡਾਂਸ, ਗਾਣੇ, ਜਿਹੜੇ ਲੋਕ ਆ ਸਾਰਾ ਕੁਝ ਪਸੰਦ ਕਰਦੇ ਵੀ ਆ, ਜਿਹੜੇ ਲੋਕ ਆ ਸਾਰਾ ਕੁਝ ਕਰਦੇ ਵੀ ਹੈਗੇ ਆ ਘਰਾਂ 'ਚ ਵਿਆਹ ਸ਼ਾਦੀਆਂ ਵੇਲੇ। ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈਗਾ ਕਿ ਜਦੋਂ ਗੁਰਪੁਰਬ ਮਨਾਏ ਜਾਂਦੇ ਨੇ, ਜਦੋਂ ਸਿੱਖ ਸੱਭਿਆਚਾਰ ਦੀ ਗੱਲ ਆਉਂਦੀ ਆ ਨਾ, ਜਦੋਂ ਉਸ ਵੇਲੇ ਉਹ ਖੁਦ ਵੀ ਇੱਦਾਂ ਦੇ ਕੰਮ ਨਹੀਂ ਕਰਦੇ। ਉਸ ਵੇਲੇ ਕਹਿੰਦੇ ਬੰਦ ਕਰ ਦਿਓ ਗਾਣੇ। ਜੇ ਕਿਸੇ ਦਾ ਮੋਬਾਈਲ ਵੱਜ ਜਾਵੇ ਨਾ, ਉਹਦੇ ਵਿੱਚ ਗਾਣਾ ਭਰਿਆ, ਗਾਣੇ ਦੀ ਟਿਊਨ ਜੀ ਵੱਜ ਜਾਵੇ, ਉਹ ਬੰਦ ਕਰ। ਮੈਂ ਸਿਰੇ ਦੇ ਜਿਹੜੇ ਬੰਦੇ ਜਿਹੜੇ ਖੁਦ ਗਾਣੇ ਗਾਉਂਦੇ ਆ, ਜਿਹਨਾਂ ਨੂੰ ਆਪਾਂ ਕਹਿੰਦੇ ਭੈੜੇ ਗਾਣੇ ਗਾਉਂਦੇ ਆ, ਉਹ ਵੀ ਨਹੀਂ ਕਰਦੇ ਆ ਸਾਰਾ ਕੁਝ। ਉਹ ਕਹਿੰਦੇ ਬੰਦ ਕਰ ਦਿਓ, ਗੁਰਬਾਣੀ ਦੀ ਗੱਲ ਚੱਲਦੀ ਪਈ ਆ। ਸਿੱਖ ਲਫ਼ਜ਼ ਜਦੋਂ ਆ ਜਾਂਦਾ, ਸਿੱਖ ਸੱਭਿਆਚਾਰ ਜਦੋਂ ਲਫ਼ਜ਼ ਆ ਜਾਂਦਾ ਆ, ਉਸ ਵੇਲੇ ਉਹ ਸਾਰੇ ਇੱਦਾਂ ਕਹਿ ਜਾਂਦੇ ਹੈਗੇ ਆ। ਪਰ ਇੱਥੇ ਸਿੱਖ ਸੱਭਿਆਚਾਰ ਦੇ ਨਾਂ ਦੇ ਉੱਪਰ ਪ੍ਰੋਗਰਾਮ ਕਰਵਾਏ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿਹਾੜਾ ਮਨਾਇਆ ਜਾਂਦਾ, ਔਰ ਉੱਥੇ ਕੁੱਕੜ ਖੇ ਉਡਾਈ ਜਾਂਦੀ ਆ ਉੱਥੇ, ਜਿਹੜੀ ਸਾਡੇ ਸਿਰ ਦੇ ਉੱਪਰ ਆ ਕੇ ਪੈ ਰਹੀ ਹੈ ਔਰ ਦੁਨੀਆ ਦੇਖ ਰਹੀ ਹੈ। ਮੈਨੂੰ ਤਕਲੀਫ, ਮੈਂ ਕੱਲ੍ਹ ਗੱਲ ਕਰਨ ਲੱਗਾ ਸੀ ਇਸ ਸੰਬੰਧ ਵਿੱਚ, ਮੈਂ ਕੱਲ੍ਹ ਜਾਣਬੁੱਝ ਕੇ ਨਹੀਂ ਕੀਤੀ। ਮੈਂ ਵੇਖਾਂ ਸਹੀ ਕੋਈ ਹੋਰ ਕਰਦਾ ਗੱਲ ਕਿ ਨਹੀਂ ਕਰਦਾ। ਨਹੀਂ ਕਰ ਰਹੇ ਆਪਾਂ ਗੱਲ, ਕਿਉਂ ਨਹੀਂ ਕਰ ਰਹੇ ਭਲਾ? ਕਿੰਨੀਆਂ ਸਿੱਖ ਜਥੇਬੰਦੀਆਂ ਨੇ, ਕਾਹਦੇ ਵਾਸਤੇ ਨੇ ਭਲਾ?
ਮੈਂ ਬੇਨਤੀ ਕਰਾਂ, ਕੁਝ ਹਮਲੇ ਹੁੰਦੇ ਆ ਵਕਤੀ, ਜਿਹੜਾ ਅੱਜੇ ਹੀ ਹੋਇਆ ਤੇ ਘੰਟੇ ਕੁ ਦੀ ਖੇਡ ਹੁੰਦੀ ਆ। ਕੁਝ ਹਮਲੇ ਹੁੰਦੇ ਨੇ ਗੁੱਜੇ, ਜਿਹੜੇ ਲੰਮਾ ਸਮਾਂ ਪ੍ਰੀ ਪਲੈਨਡ ਹੁੰਦੇ ਨੇ, ਜਿਹੜੇ ਉਹ ਮਸਲੇ ਹੁੰਦੇ ਆ, ਉਹ ਹਮਲੇ ਹੁੰਦੇ ਆ, ਬੜੇ ਘਾਤਕ ਹੁੰਦੇ ਨੇ ਉਹ ਵਾਲੇ ਹਮਲੇ। ਉਹ ਵਾਲੇ ਹਮਲੇ ਜਿਹੜੇ ਨੇ ਨਾ, ਉਹਨਾਂ ਦੇ ਨਾਲ ਟਾਕਰਾ ਕਰਨ ਦੇ ਵਾਸਤੇ ਕੋਈ ਧਿਰ, ਕੋਈ ਜਥੇਬੰਦੀ, ਕੋਈ ਤਾਂ ਆਵੇ ਮੋਹਰੇ। ਜਿਹੜੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੋ ਗਏ ਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋ ਗਏ, ਇਹ ਭਾਵੇਂ ਦਿੱਲੀ ਵਾਲੇ ਉਹਨਾਂ ਪ੍ਰੋਗਰਾਮਾਂ ਦਾ 2 ਰੋਜ਼ਾਂ ਦਾ ਹਿੱਸਾ ਨਹੀਂ ਬਣੇ, ਭਾਵੇਂ ਹਿੱਸਾ ਨਹੀਂ ਬਣੇ, ਉਹਦੀ ਵਜ੍ਹਾ ਹੋ ਸਕਦਾ ਇਹ ਹੋਵੇ ਕਿ ਹੁਣ ਬੀਜੇਪੀ ਦੇ ਨਾਲੋਂ ਅਕਾਲੀਆਂ ਦੀ ਸਾਂਝ ਟੁੱਟੀ ਹੋਈ ਹੈ। ਹੋ ਸਕਦਾ ਉਹਦੀ ਵਜ੍ਹਾ ਇਹ ਹੋਵੇ, ਹੋ ਸਕਦਾ ਵਜ੍ਹਾ ਕੋਈ ਹੋਰ ਹੋਵੇ, ਐਦਾਂ ਵੀ ਹੋ ਸਕਦਾ ਆ। ਪਰ ਜੋ ਕੁਛ ਉੱਥੇ ਹੋਇਆ ਹੈਗਾ, ਉਹਦੇ ਸੰਬੰਧ ਵਿੱਚ ਕਿਉਂ ਨਹੀਂ ਮੂੰਹ ਖੋਲ੍ਹਣ ਨੂੰ ਤਿਆਰ, ਕਿਉਂ ਨਹੀਂ ਕੋਈ ਬੋਲਣ ਨੂੰ ਤਿਆਰ ਹੈਗਾ ਕਿ ਤੁਸੀਂ ਸਾਡਾ ਸਿੱਖ ਇਤਿਹਾਸ ਖਤਮ ਕਰ ਰਹੇ ਹੋ, ਤੁਸੀਂ ਗੁਰੂ ਸਾਹਿਬਾਨ ਦੀ ਆਪਣੀ ਆਈਡੀਓਲੋਜੀ, ਆਪਣੀ ਵਿਚਾਰਧਾਰਾ ਜਿਹੜੀ ਹੈ, ਤੁਸੀਂ ਉਹਨੂੰ ਖੋਰਾ ਲਾ ਰਹੇ ਹੋ। ਕਿਉਂ ਨਹੀਂ ਕੋਈ ਵੀ ਬੋਲਦਾ ਭਲਾ? ਸਿੱਖ ਪੱਤਰਕਾਰ, ਸਿੱਖ ਵਿਦਵਾਨ, ਬੁੱਧੀਜੀਵੀ, ਵੱਡੇ ਵੱਡੇ ਬੁੱਧੀਜੀਵੀ ਆ। ਅਸੀਂ ਤੇ ਕੱਲ੍ਹ ਆਏ ਹਾਂ, ਹਾਲੇ ਸਾਨੂੰ ਤਾਂ ਊੜਾ ਵੀ ਨਹੀਂ ਪਤਾ, ਹਾਲੇ ਨਾ ਪੱਤਰਕਾਰੀ ਆਉਂਦੀ ਆ, ਨਾ ਵਿਦਵਤਾ ਹੈ, ਨਾ ਕੋਈ ਗੱਲ, ਨਾ ਕੋਈ ਲੈਣਾ, ਨਾ ਕੋਈ, ਬਸ ਇਹਦਾ ਰੌਲਾ ਜਿਹਾ ਜ਼ਰੂਰ ਪਾਉਣਾ ਆਉਂਦਾ ਆਪਾਂ ਨੂੰ। ਕੱਲ੍ਹ ਨਹੀਂ ਪਾਇਆ, ਮੈਂ ਅੱਜ ਪਾ ਲਿਆ। ਮੈਂ ਬੇਨਤੀ ਕਰਨੀ ਚਾਹੁੰਦਾ, ਆਹ ਹੁਣ ਜਿਹੜਾ ਮੈਂ ਰੌਲਾ ਪਾ ਕੇ ਹਟਿਆ ਨਾ, ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਕੀ ਰਾਏ ਹੈਗੀ ਆ। ਇੱਕ ਮੈਂ ਹੋਰ ਵੇਖਦਾ, ਜਦੋਂ ਮੈਂ ਇੱਦਾਂ ਦੇ ਕਿਸੇ ਮੁੱਦੇ ਦੇ ਉੱਪਰ ਨਾ, ਗੰਭੀਰ ਮੁੱਦੇ ਦੇ ਉੱਪਰ ਗੱਲ ਕਰਦਾ, ਥੱਲੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ, ਸਿਰਫ ਕਮੈਂਟ ਹੀ ਆਉਂਦੇ ਆ ਬਸ। ਇਹ ਵੀ ਮੈਨੂੰ ਦੁੱਖ ਵਾ। ਇੱਕ ਜਿਹੜੇ ਲੋਕ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ, ਉਹਨਾਂ ਦੇ ਖਿਲਾਫ ਖਾਲਸਾ ਪੰਥ ਦੇ ਵੱਲੋਂ ਬਾਜਵੇਂ ਰੂਪ ਦੇ ਵਿੱਚ ਕੋਈ ਠੋਸ ਐਕਸ਼ਨ, ਠੋਸ ਪ੍ਰੋਗਰਾਮ ਉਲੀਕ ਕੇ ਉਹਨਾਂ ਦੇ ਖਿਲਾਫ ਕੋਈ ਮੁਹਿੰਮ ਕਿਉਂ ਨਹੀਂ ਵਿੱਢੀ ਜਾਂਦੀ? ਇਹ ਸਭ ਤੋਂ ਵੱਡਾ ਦੁੱਖ ਵਾ। ਸਭ ਤੋਂ ਵੱਡਾ ਸਵਾਲ ਮੇਰਾ ਇਹ ਆ, ਜ਼ਰੂਰ ਕਮੈਂਟ ਕਰਕੇ ਦੱਸਿਓ ਆ ਜੋ ਕੁਝ ਤੁਸੀਂ ਦੇਖ ਰਹੇ ਹੋ, ਇਹਦੇ ਬਾਬਤ ਤੁਹਾਡੀ ਕੀ ਰਾਏ ਹੈਗੀ ਆ, ਕੀ ਕਹਿਣਾ ਚਾਹੁੰਦੇ ਹੋ, ਜ਼ਿੰਮੇਵਾਰ ਕਿਹਨੂੰ ਠਹਿਰਾਉਣਾ ਚਾਹੁੰਦੇ ਹੋ? ਕੀ ਜਿੱਥੇ ਉਹਨਾਂ ਦਾ ਕਸੂਰ ਹੈ, ਮੈਂ ਖੁਦ ਕਹਿੰਦਾ ਉਹਨਾਂ ਦਾ ਕਸੂਰ ਹੈ, ਕਿ ਕੁਝ ਕਸੂਰ ਆਪਣਾ ਤੋਂ ਨਹੀਂ ਹੈ? ਕੀ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਕੁਝ ਕਸੂਰ ਸਾਡਾ ਵੀ ਹੈ? ਦੁਸ਼ਮਣ ਤੇ ਕੀ ਗਿਲਾਈ ਪਾਤਸ਼ਾਹਾਂ ਦਿਆ ਪਾਤਸ਼ਾਹਾਂ, ਉਹ ਵੇਚ ਦਿੱਤੀਆਂ ਤੇਰਿਆਂ ਸਰਦਾਰਾਂ ਨੇ ਖੁਦ ਸਰਦਾਰੀਆਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਖੁਦ ਵੀ ਜ਼ਿੰਮੇਵਾਰ ਵਾਂ? ਜਦੋਂ ਸਾਡੀਆਂ ਅੱਖਾਂ ਦੇ ਮੂਹਰੇ ਸਾਰਾ ਕੁਝ ਹੁੰਦਾ, ਉਦੋਂ ਅਸੀਂ ਬੋਲਣ ਨੂੰ ਤਿਆਰ ਨਹੀਂ ਹੁੰਦੇ ਹੈਗੇ। ਇਹ ਵੀ ਇੱਕ ਘਾਟ ਵਾ। ਉੱਥੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਅਸੀਂ ਬੋਲੀਏ। ਜਿਹਦੇ ਕੋਲ ਜਿਸ ਕਿਸਮ ਦੀ ਲਿਆਕਤ ਹੈਗੀ ਆ, ਉਸ ਕਿਸਮ ਦੀ ਲਿਆਕਤ ਦੇ ਨਾਲ ਕੌਮ ਦੀ ਸੇਵਾ ਕਰਨ ਵਾਸਤੇ ਮੂਹਰੇ ਆਓ, ਤਾਂ ਗੱਲ ਬਣਨੀ ਹੈ, ਨਹੀਂ ਤਾਂ ਗੱਲ ਨਹੀਂ ਬਣਨੀ। ਤੁਹਾਡੇ ਸੁੱਤਿਆਂ ਸੁੱਤਿਆਂ, ਸਾਡੇ ਸੁੱਤਿਆਂ ਸੁੱਤਿਆਂ ਸਾਰਾ ਕੁਝ ਸਾਡੀਆਂ ਅੱਖਾਂ ਦੇ ਮੂਹਰੇ ਲੁੱਟਿਆ ਜਾ ਰਿਹਾ। ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਕੀ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਆਪਣਾ ਘਰ, ਆਪਣੀ ਧਰਤੀ, ਆਪਣਾ ਸਿੱਖ ਸੱਭਿਆਚਾਰ ਇੱਦਾਂ ਖਤਮ ਹੁੰਦਾ, ਲੁਪਤ ਹੁੰਦਾ, ਲੁੱਟ ਹੁੰਦਾ ਦੇਖਣ ਨੂੰ ਤਿਆਰ ਹੋ? ਇਹ ਸਵਾਲ ਵਾ। ਤੁਹਾਡੇ ਪੰਜਾਬ ਦੀ ਧਰਤੀ 'ਤੇ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਉਹ ਜਿੱਥੇ ਖਾਲਸਾਈ ਨਿਸ਼ਾਨ ਝੂਲਦੇ ਹੁੰਦੇ ਸੀਗੇ, ਅੱਜ ਪੰਜਾਬ ਦੀ ਉਸ ਧਰਤੀ ਨੂੰ ਯੂਪੀ ਤੇ ਬਿਹਾਰ ਦੇ ਲੋਕਾਂ ਨੇ ਇੱਥੇ ਆ ਕੇ ਥੁੱਕ ਕੇ ਨਾ, ਪਾਨ ਖਾ ਕੇ ਲਾਲ ਕੀਤਾ ਹੋਇਆ ਆ। ਤੁਸੀਂ ਦੇਖਣ ਨੂੰ ਤਿਆਰ ਹੋ? ਵੈਸੇ ਤਿਆਰੀਆਂ ਰੋਜ਼ ਦੇਖਦੇ ਆਪਾਂ, ਮੈਂ ਵੇਖਦਾ, ਰੋਜ਼ ਵੇਖਦਾ, ਮੈਂ ਤਾਂ ਵੇਖਦਾ ਕਰਕੇ ਮੈਂ ਇੱਥੇ ਬੋਲਦਾ, ਮੈਂ ਦੁਖੀ ਮਨ ਨਾਲ ਬੋਲਦਾ। ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸੋ, ਆਪਣੀ ਅੱਖਾਂ ਦੇ ਨਾਲ ਆ ਸਾਰਾ ਕੁਝ ਤੁਸੀਂ ਦੇਖਣ ਨੂੰ ਤਿਆਰ ਹੋ? ਆਪਣੇ ਬੱਚਿਆਂ ਨੂੰ ਤੁਸੀਂ ਕੀ ਜਵਾਬ ਦਿਓਗੇ ਜਦੋਂ ਬਾਣੀ ਪੜ੍ਹਨਗੇ, ਜਦੋਂ ਇਤਿਹਾਸ ਪੜ੍ਹਨਗੇ, ਜਦੋਂ ਉਹਨਾਂ ਨੂੰ ਪਤਾ ਲੱਗੂਗਾ ਸਾਡੇ ਬੱਚਿਆਂ ਨੂੰ ਕਿ ਸਹੀ ਮਾਇਨਿਆਂ ਵਿੱਚ ਸਿੱਖ ਸੱਭਿਆਚਾਰ ਕੀ ਆ? ਜਦੋਂ ਉਹ ਸਵਾਲ ਕਰਨਗੇ ਸਾਨੂੰ, ਫਿਰ ਕੀ ਜਵਾਬ ਦਿਓਗੇ ਭਲਾ ਉਹਨਾਂ ਨੂੰ? ਜ਼ਰੂਰ ਕਮੈਂਟ ਕਰਕੇ ਦੱਸਿਓ। ਧੰਨਵਾਦ।